ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦੇ ਮੁਗਲ ਬਾਦਸ਼ਾਹ ਫ਼ਰੁਖਸ਼ੀਰ ਨੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖਾਂ ਨੂੰ ਪੰਜਾਬ ਵਿੱਚੋਂ ਸਿੱਖਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਅਬਦੁਸ ਸਮਦ ਖਾਂ ਨੇ ਸਿੱਖਾਂ ਵਿਰੁੱਧ ਕਠੋਰ ਕਦਮ ਚੁੱਕੇ। ਰੋਜ਼ਾਨਾ ਹਜ਼ਾਰਾਂ ਸਿੱਖਾਂ ਨੂੰ ਲਾਹੌਰ ਵਿਖੇ ਲਿਆਂਦਾ ਜਾਂਦਾ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ। ਇਸ ਲਈ ਸਿੱਖ ਘਰ-ਬਾਰ ਛੱਡ ਕੇ ਪਹਾੜਾਂ ਵੱਲ ਚਲੇ ਗਏ। ਅਬਦੁਸ ਸਮਦ ਖਾਂ ਦੀ ਇਹ ਕਠੋਰ ਨੀਤੀ ਸ਼ੁਰੂ ਵਿੱਚ ਸਫਲ ਰਹੀ, ਇਸ ਲਈ ਉਸ ਨੂੰ ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਦੋ ਧੜਿਆਂ ਵਿੱਚ ਵੰਡੇ ਗਏ। ਇੱਕ ਧੜਾ ਸੀ ਤੱਤ ਖਾਲਸਾ ਅਤੇ ਦੂਜਾ ਧੜਾ ਸੀ ਬੰਦਈ ਖਾਲਸਾ। ਸਿੱਖਾਂ ਦੀ ਇਸ ਫੁੱਟ ਦੇ ਕਾਰਨ ਸਿੱਖਾਂ ਦਾ ਵਧੇਰੇ ਨੁਕਸਾਨ ਹੋਇਆ। ਤੱਤ ਖਾਲਸਾ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਕਹਾਉਂਦਾ ਸੀ, ਜਦ ਕਿ ਬੰਦਈ ਖਾਲਸਾ ਆਪਣੇ ਆਪ ਨੂੰ ਬੰਦਾ ਸਿੰਘ ਬਹਾਦਰ ਜੀ ਦਾ ਖਾਲਸਾ ਕਹਾਉਂਦਾ ਸੀ। ਸਿੱਖਾਂ ਵਿੱਚ ਏਕਤਾ ਕਾਇਮ ਕਰਨ ਦੇ ਉਦੇਸ਼ ਨਾਲ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ। 1721 ਈਸਵੀ ਵਿੱਚ ਭਾਈ ਮਨੀ ਸਿੰਘ ਦੇ ਯਤਨਾਂ ਦੇ ਸਦਕਾ ਸਿੱਖਾਂ ਦੇ ਵਿੱਚ ਏਕਤਾ ਕਾਇਮ ਹੋ ਗਈ। ਬੰਦਈ ਖਾਲਸਾ ਨੂੰ ਤੱਤ ਖਾਲਸਾ ਦੇ ਵਿੱਚ ਮਿਲਾ ਦਿੱਤਾ ਗਿਆ। ਇਸ ਏਕਤਾ ਤੋਂ ਬਾਅਦ ਸਿੱਖਾਂ ਨੇ ਮਜ਼ਬੂਤੀ ਨਾਲ ਅਬਦੁਸ ਸਮਦ ਖਾਂ ਦਾ ਸਾਹਮਣਾ ਕੀਤਾ। ਅਬਦੁਸ ਸਮਦ ਖਾਂ 1726 ਈਸਵੀ ਤੱਕ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਹ ਸਫਲ ਨਾ ਹੋ ਸਕਿਆ। 1726 ਈਸਵੀ ਵਿੱਚ ਉਸ ਨੂੰ ਲਾਹੌਰ ਦੀ ਸੂਬੇਦਾਰੀ ਤੋਂ ਹਟਾ ਦਿੱਤਾ ਗਿਆ ਅਤੇ ਉਸ ਨੂੰ ਮੁਲਤਾਨ ਦਾ ਪ੍ਰਬੰਧਕ ਲਾ ਦਿੱਤਾ ਗਿਆ। ਉਸ ਦੀ ਜਗ੍ਹਾ 'ਤੇ 1726 ਈਸਵੀ ਵਿੱਚ ਉਸ ਦੇ ਪੁੱਤਰ ਜ਼ਕਰੀਆ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਜ਼ਕਰੀਆ ਖਾਂ ਇੱਕ ਬਹੁਤ ਹੀ ਜ਼ਾਲਮ ਵਿਅਕਤੀ ਸੀ। ਉਸਨੇ ਲਾਹੌਰ ਦਾ ਸੂਬੇਦਾਰ ਬਣਦੇ ਹੀ ਸਿੱਖਾਂ ਦੇ ਵਿਰੁੱਧ ਅਤਿਆਚਾਰ ਆਰੰਭ ਕਰ ਦਿੱਤੇ। ਉਸਨੇ ਇੱਕ ਪਰਬਤੀ ਸੈਨਾ ਬਣਾਈ ਤਾਂ ਜੋ ਪਹਾੜਾਂ ਵਿੱਚ ਲੁਕੇ ਹੋਏ ਸਿੱਖਾਂ ਨੂੰ ਫੜ ਕੇ ਲਿਆਂਦਾ ਜਾ ਸਕੇ। ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਰੋਜ਼ਾਨਾ ਲਾਹੌਰ ਲਿਆਂਦਾ ਜਾਂਦਾ ਅਤੇ ਦਿੱਲੀ ਦਰਵਾਜ਼ੇ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਇਹ ਸਥਾਨ ਸ਼ਹੀਦਗੰਜ ਦੇ ਨਾਮ ਨਾਲ ਪ੍ਰਸਿੱਧ ਹੈ। ਬੇਸ਼ੱਕ ਇਹ ਸਿੱਖਾਂ ਦੇ ਲਈ ਬਹੁਤ ਔਖਾ ਸਮਾਂ ਸੀ, ਪਰ ਉਹਨਾਂ ਨੇ ਮਨੋਬਲ ਨਾ ਛੱਡਿਆ। ਡਾਕਟਰ ਹਰੀ ਰਾਮ ਗੁਪਤਾ ਜੀ ਇਸ ਦੇ ਸੰਬੰਧ ਵਿੱਚ ਲਿਖਦੇ ਹਨ ਕਿ ਦੁੱਖ ਤੇ ਕਸ਼ਟ ਉਹਨਾਂ ਲਈ ਅਰਥਹੀਨ ਸਨ। ਉਹ ਇਸ ਸੰਕਟ ਵਿੱਚ ਵੀ ਖੇਡਦੇ ਅਤੇ ਮੌਜਾਂ ਮਨਾਉਂਦੇ ਸਨ। ਸੰਕਟ ਨੇ ਉਹਨਾਂ ਨੂੰ ਆਪਸ ਵਿੱਚ ਨੇੜੇ ਲਿਆਉਣ ਵਿੱਚ ਮਦਦ ਕੀਤੀ ਸੀ। ਤਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਂ ਪਿੰਡ ਦਾ ਰਹਿਣ ਵਾਲਾ ਸੀ। ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਘਰ ਵਿੱਚ ਵਰਤੋਂ ਤੋਂ ਬਾਅਦ ਜੋ ਅਨਾਜ ਬਚਦਾ ਸੀ ਉਹ ਸਿੰਘਾਂ ਨੂੰ ਮਦਦ ਕਰ ਦਿੰਦਾ ਸੀ। ਇਸ ਗੱਲ ਦੀ ਲਾਹੌਰ ਦੇ ਸੂਬੇਦਾਰ ਕੋਲ ਸ਼ਿਕਾਇਤ ਹੋ ਗਈ ਤਾਂ ਤਾਰਾ ਸਿੰਘ ਬਾਂ ਨੂੰ ਫੜਨ ਦੇ ਲਈ 2200 ਘੋੜਸਵਾਰ, 5 ਹਾਥੀ ਅਤੇ 40 ਬੰਦੂਕਚੀ ਭੇਜੇ ਗਏ। ਤਾਰਾ ਸਿੰਘ ਬਾਂ ਨੇ ਆਪਣੇ 22 ਸਾਥੀਆਂ ਦੇ ਨਾਲ ਮੁਗਲਾਂ ਦਾ ਡਟ ਕੇ ਸਾਹਮਣਾ ਕੀਤਾ, ਪਰ ਉਹ ਮੁਗਲਾਂ ਦੀ ਵਧੇਰੇ ਗਿਣਤੀ ਦੇ ਕਾਰਨ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਗਏ। ਤਾਰਾ ਸਿੰਘ ਬਾਂ ਦੀ ਬਹਾਦਰੀ ਨੇ ਸਿੱਖਾਂ ਦੇ ਵਿੱਚ ਜੋਸ਼ ਭਰ ਦਿੱਤਾ। ਸਿੱਖਾਂ ਨੇ
ਭਾਈ ਦਰਬਾਰਾ ਸਿੰਘ ਦੀ ਅਗਵਾਈ ਦੇ ਵਿੱਚ ਮੁਲਤਾਨ ਅਤੇ ਕਸੂਰ ਤੋਂ ਦਿੱਲੀ ਭੇਜਿਆ ਜਾਣ ਵਾਲਾ ਸ਼ਾਹੀ ਖਜ਼ਾਨਾ ਲੁੱਟ ਲਿਆ। ਸਿੱਖਾਂ ਦੀਆਂ ਇਹਨਾਂ ਕਾਰਵਾਈਆਂ ਤੋਂ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਂ ਬਹੁਤ ਦੁਖੀ ਹੋਇਆ। ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਸਿੱਖਾਂ ਦਾ ਪਤਾ ਦੱਸਣ ਵਾਲੇ ਨੂੰ 10 ਰੁਪਏ, ਸਿੱਖ ਨੂੰ ਫੜਾਉਣ ਵਾਲੇ ਨੂੰ 25 ਰੁਪਏ, ਸਿੱਖ ਨੂੰ ਫੜ ਕੇ ਸਰਕਾਰ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 100 ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ। ਕਈ ਸੈਨਿਕ ਅਤੇ ਲਾਲਚੀ ਲੋਕ ਸਿੱਖਾਂ ਦੇ ਬੈਰੀ ਬਣ ਗਏ। ਪੰਜਾਬ ਦੇ ਵਿੱਚ ਸਿੱਖਾਂ ਨੂੰ ਕਤਲ ਕਰਨ ਦਾ ਸਿਲਸਿਲਾ ਵੱਡੇ ਪੱਧਰ 'ਤੇ ਸ਼ੁਰੂ ਹੋ ਗਿਆ, ਪਰ ਇਸ ਕਾਰਵਾਈ ਦੇ ਨਾਲ ਬਹੁਤੇ ਥਾਵਾਂ 'ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅਤੇ ਲਾਹੌਰ ਦੇ ਸੂਬੇਦਾਰ ਨੂੰ ਟੈਕਸ ਦੀ ਵਸੂਲੀ ਨਾ ਹੋ ਸਕੀ। ਦਿੱਲੀ ਵੱਲੋਂ ਸਖਤੀ ਦੇ ਨਾਲ ਟੈਕਸ ਮੰਗੇ ਜਾਣ 'ਤੇ ਬੇਸ਼ੱਕ ਜ਼ਕਰੀਆ ਖਾਂ ਨੇ ਟੈਕਸ ਦਾ ਹਿੱਸਾ ਦਿੱਲੀ ਭੇਜ ਦਿੱਤਾ, ਪਰ ਉਸਨੇ ਸਿੱਖਾਂ ਦੇ ਨਾਲ ਇਹ ਸਮਝੌਤਾ ਕਰ ਲਿਆ ਕਿ ਜੇਕਰ ਉਹ ਇਹ ਖਜ਼ਾਨਾ ਲੁੱਟ ਲੈਣ ਤਾਂ ਸਿੱਖ ਅਤੇ ਜ਼ਕਰੀਆ ਖਾਂ ਇਸ ਨੂੰ ਅੱਧਾ ਅੱਧਾ ਕਰ ਲੈਣਗੇ। ਸਿੱਖਾਂ ਨੇ ਇਹ ਸ਼ਾਹੀ ਖਜ਼ਾਨਾ ਲੁੱਟ ਲਿਆ। ਸਿੱਖਾਂ ਨੇ ਪੰਜਾਬ ਦੇ ਵਿੱਚ ਆਪਣੀਆਂ ਗਤੀਵਿਧੀਆਂ ਇੱਕ ਵਾਰ ਫਿਰ ਤੇਜ਼ ਕਰ ਦਿੱਤੀਆਂ। ਜ਼ਕਰੀਆ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨ ਦੇ ਲਈ ਧਰਮ ਯੁੱਧ ਭਾਵ ਕਿ ਜਿਹਾਦ ਦਾ ਐਲਾਨ ਕੀਤਾ। ਉਸਨੇ ਵੱਡੀ ਗਿਣਤੀ ਵਿੱਚ ਮੁਸਲਿਮ ਲੋਕਾਂ ਨੂੰ ਹੈਦਰੀ ਝੰਡੇ ਹੇਠ ਇਕੱਠਾ ਕੀਤਾ। ਇਹਨਾਂ ਨੂੰ ਮੀਰ ਇਨਾਇਤ ਅਲੀ ਖਾਂ ਦੇ ਅਧੀਨ ਸਿੱਖਾਂ ਵਿਰੁੱਧ ਭੇਜਿਆ ਗਿਆ, ਪਰ ਸਿੱਖਾਂ ਨੇ ਛਾਪਾਮਾਰ ਯੁੱਧ ਨੀਤੀ ਰਾਹੀਂ ਹੈਦਰੀ ਝੰਡੇ ਅਧੀਨ ਇਕੱਠੀ ਹੋਈ ਫੌਜ ਨੂੰ ਬਹੁਤ ਤੰਗ ਕੀਤਾ। ਅੰਤ ਸਿੱਖਾਂ ਨੇ ਜ਼ਕਰੀਆ ਖਾਂ ਦੀ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ। ਜ਼ਕਰੀਆ ਖਾਂ ਜਦੋਂ ਸਿੱਖਾਂ ਨੂੰ ਪੂਰੀ ਤਰ੍ਹਾਂ ਨਾ ਕੁਚਲ ਸਕਿਆ ਤਾਂ ਉਸਨੇ 1733 ਈਸਵੀ ਵਿੱਚ ਸਿੱਖਾਂ ਨਾਲ ਸ਼ਾਂਤੀ ਸਮਝੌਤਾ ਕਰ ਲਿਆ। ਸਿੱਖ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਸਿੱਖਾਂ ਨੇ ਕਪੂਰ ਸਿੰਘ ਜੀ ਨੂੰ ਆਪਣਾ ਨੇਤਾ ਚੁਣਿਆ। ਜ਼ਕਰੀਆ ਖਾਂ ਦੁਆਰਾ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਦਿੱਤੀ ਗਈ ਅਤੇ ਸਿੱਖਾਂ ਨੂੰ ਬਿਨਾਂ ਲਗਾਉਣ ਵਾਲੀ ਇੱਕ ਜਗੀਰ ਦਿੱਤੀ ਗਈ। ਸਿੱਖਾਂ ਅਤੇ ਮੁਗਲਾਂ ਵਿਚਕਾਰ ਹੋਏ ਇਸ ਸ਼ਾਂਤੀ ਸਮਝੌਤੇ ਕਾਰਨ ਸਿੱਖਾਂ ਦਾ ਕਤਲੇਆਮ ਰੁਕ ਗਿਆ। ਨਵਾਬ ਕਪੂਰ ਸਿੰਘ ਜੀ ਨੇ 1734 ਈਸਵੀ ਵਿੱਚ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਲਈ ਅੰਮ੍ਰਿਤਸਰ ਵਿਖੇ ਇਕੱਠ ਕੀਤਾ। ਸਿੱਖਾਂ ਨੂੰ ਬੁੱਢਾ ਦਲ ਅਤੇ ਤਰਨਾ ਦਲ ਵਿਚਕਾਰ ਵੰਡਿਆ ਗਿਆ। 40 ਸਾਲ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਬੁੱਢਾ ਦਲ ਵਿੱਚ ਸ਼ਾਮਲ ਕੀਤਾ ਗਿਆ। ਬੁੱਢਾ ਦਲ ਦਾ ਮੁੱਖ ਕੰਮ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨਾ ਅਤੇ ਮੁਗਲਾਂ ਵਿਰੁੱਧ ਲੜ ਰਹੇ ਸੈਨਿਕਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨਾ ਸੀ। 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਿੱਖਾਂ ਦਾ ਤਰਨਾ ਦਲ ਬਣਾਇਆ ਗਿਆ। ਤਰਨਾ ਦਲ ਨੂੰ 5 ਜਥਿਆਂ ਵਿੱਚ ਵੰਡਿਆ ਗਿਆ। ਤਰਨਾ ਦਲ ਦਾ ਮੁੱਖ ਕੰਮ ਸੈਨਿਕ ਕਾਰਵਾਈਆਂ ਵਿੱਚ ਹਿੱਸਾ ਲੈਣਾ ਸੀ। ਸਿੱਖਾਂ ਨੇ
ਆਪਣੀ ਸ਼ਕਤੀ ਸੰਗਠਿਤ ਕਰਕੇ ਸੈਨਿਕ ਕਾਰਵਾਈਆਂ ਆਰੰਭ ਕਰ ਦਿੱਤੀਆਂ। ਜ਼ਕਰੀਆ ਖਾਂ ਨੇ ਵੀ ਸਿੱਖਾਂ ਨੂੰ ਖਤਮ ਕਰਨ ਦੇ ਲਈ ਸਖਤ ਕਾਰਵਾਈ ਕੀਤੀ, ਪਰ ਉਹ ਇਸ ਵਿੱਚ ਸਫਲ ਨਾ ਹੋ ਸਕਿਆ। ਜ਼ਕਰੀਆ ਖਾਂ ਬਹੁਤ ਪਰੇਸ਼ਾਨ ਹੋ ਚੁੱਕਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਸਿੱਖਾਂ ਦਾ ਕੀ ਕਰੇ। ਉਸਨੇ ਉਸਦੇ ਸਲਾਹਕਾਰਾਂ ਨੂੰ ਸੱਦ ਕੇ ਪੁੱਛਿਆ ਕਿ ਇਹਨਾਂ ਸਿੱਖਾਂ ਵਿੱਚੋਂ ਹਜ਼ਾਰਾਂ ਹਰ ਰੋਜ਼ ਮਾਰੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੈਨੂੰ ਦੱਸੋ ਕਿ ਇਸ ਦਾ ਕੀ ਕਾਰਨ ਹੈ। ਤਾਂ ਉਸਦੇ ਸਲਾਹਕਾਰਾਂ ਨੇ ਕਿਹਾ ਕਿ ਸਿੱਖਾਂ ਦੇ ਗੁਰੂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਅੰਮ੍ਰਿਤ ਘੋਲ ਰੱਖਿਆ ਹੈ। ਜੋ ਵੀ ਉਸ ਨੂੰ ਪੀਂਦਾ ਹੈ ਉਹ ਅਮਰ ਹੋ ਜਾਂਦਾ ਹੈ। ਇਸ ਲਈ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਵੜਨ ਨਾ ਦਿੱਤਾ ਜਾਵੇ। ਇਸ 'ਤੇ ਜ਼ਕਰੀਆ ਖਾਂ ਨੇ ਸਿੱਖਾਂ ਦੇ ਅੰਮ੍ਰਿਤਸਰ ਵਿੱਚ ਆਉਣ 'ਤੇ ਸਖਤ ਪਹਿਰਾ ਲਾ ਦਿੱਤਾ। ਤਾਂ ਕਾਫੀ ਸਮੇਂ ਤੱਕ ਸਿੱਖ ਹਰਿਮੰਦਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਨਾ ਹੋ ਸਕੇ। ਜੰਗਲ ਅਤੇ ਪਹਾੜ ਉਹਨਾਂ ਦਾ ਘਰ ਬਣ ਗਿਆ। 1738 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖਾਂ ਤੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਮਨਾਉਣ ਦੀ ਆਗਿਆ ਮੰਗੀ ਗਈ। ਜ਼ਕਰੀਆ ਖਾਂ ਨੇ ਸਿੱਖਾਂ ਨੂੰ ਦੀਵਾਲੀ 'ਤੇ ਹਰਿਮੰਦਰ ਸਾਹਿਬ ਇਕੱਠੇ ਹੋਣ ਦੀ ਆਗਿਆ ਇਸ ਸ਼ਰਤ 'ਤੇ ਦਿੱਤੀ ਕਿ ਭਾਈ ਮਨੀ ਸਿੰਘ ਜੀ ਖਜ਼ਾਨੇ ਵਿੱਚ 5000 ਰੁਪਏ ਜਮ੍ਹਾਂ ਕਰਵਾਉਣਗੇ। ਸਿੱਖਾਂ ਨੂੰ ਦੀਵਾਲੀ ਮੌਕੇ ਅੰਮ੍ਰਿਤਸਰ ਆਉਣ ਦੇ ਲਈ ਸੱਦੇ ਭੇਜੇ ਗਏ, ਪਰ ਜ਼ਕਰੀਆ ਖਾਂ ਦੀ ਇੱਥੇ ਨੀਤੀ ਕੁਝ ਹੋਰ ਹੀ ਸੀ। ਉਹ ਚਾਹੁੰਦਾ ਸੀ ਕਿ ਸਿੱਖ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਵਿਖੇ ਇਕੱਠੇ ਹੋਣ ਅਤੇ ਉਹ ਇੱਕ ਵਾਰ ਵਿੱਚ ਹੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਖਤਮ ਕਰ ਸਕੇ। ਜਦ ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਨਾ ਆਉਣ ਦਾ ਸੱਦਾ ਭੇਜਿਆ, ਪਰ ਫਿਰ ਵੀ ਕੁਝ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਪਹੁੰਚ ਗਏ। ਲਖਪਤ ਰਾਏ ਦੁਆਰਾ ਸਿੱਖਾਂ ਉੱਪਰ ਕੀਤੀ ਸੈਨਿਕ ਕਾਰਵਾਈ ਦੇ ਵਿੱਚ ਕਈ ਸਿੱਖ ਸ਼ਹੀਦ ਹੋ ਗਏ। ਜ਼ਕਰੀਆ ਖਾਂ ਦੁਆਰਾ ਭਾਈ ਮਨੀ ਸਿੰਘ ਜੀ ਤੋਂ ਦੀਵਾਲੀ ਮਨਾਉਣ ਦੇ ਬਦਲੇ 5000 ਰੁਪਏ ਦੀ ਮੰਗ ਕੀਤੀ ਗਈ। ਭਾਈ ਮਨੀ ਸਿੰਘ ਜੀ ਨੇ ਧਨ ਜਮ੍ਹਾਂ ਕਰਾਉਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਸਿੱਖਾਂ ਨੇ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਨਹੀਂ ਮਨਾਈ ਸੀ। ਇਸ 'ਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਭਾਈ ਮਨੀ ਸਿੰਘ ਜੀ ਨੂੰ ਧਰਮ ਬਦਲਣ ਦੇ ਲਈ ਕਿਹਾ ਗਿਆ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੂੰ 1738 ਈਸਵੀ ਵਿੱਚ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਚੌਧਰੀ ਮੱਸਾ ਰੰਘੜ ਨੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰ ਰੱਖਿਆ ਸੀ। ਉਸ ਨੇ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਸੀ। ਉਹ ਹਰਿਮੰਦਰ ਸਾਹਿਬ ਵਿੱਚ ਨਸ਼ੇ ਦੀ ਵਰਤੋਂ ਕਰਦਾ ਅਤੇ ਬੇਸ਼ਵਾਵਾਂ ਦਾ ਨਾਚ ਕਰਾਉਂਦਾ ਸੀ। ਇਹ ਗੱਲ ਸਿੱਖ ਕਿਵੇਂ ਸਹਿ ਸਕਦੇ ਸਨ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸਾ ਰੰਘੜ ਨੂੰ
ਖਤਮ ਕਰਨ ਦਾ ਨਿਸ਼ਚਾ ਕੀਤਾ। ਉਹ ਲਗਾਨ ਜਮ੍ਹਾਂ ਕਰਵਾਉਣ ਵਾਲੇ ਚੌਧਰੀਆਂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਪਹੁੰਚੇ। ਭਾਈ ਸੁੱਖਾ ਸਿੰਘ ਜੀ ਦਰਵਾਜ਼ੇ 'ਤੇ ਖੜ੍ਹੇ ਹੋ ਗਏ ਅਤੇ ਭਾਈ ਮਹਿਤਾਬ ਸਿੰਘ ਜੀ ਹਰਿਮੰਦਰ ਸਾਹਿਬ ਦੇ ਅੰਦਰ ਗਏ। ਮਹਿਤਾਬ ਸਿੰਘ ਜੀ ਨੇ ਭੂਮੀ ਲਗਾਨ ਦੀ ਭਰੀ ਹੋਈ ਬੋਰੀ ਮੱਸਾ ਰੰਗੜ ਦੇ ਪੈਰਾਂ ਕੋਲ ਰੱਖ ਦਿੱਤੀ। ਜਦੋਂ ਮੱਸਾ ਰੰਗੜ ਇਸ ਨੂੰ ਚੁੱਕਣ ਲੱਗਿਆ ਤਾਂ ਭਾਈ ਮਹਿਤਾਬ ਸਿੰਘ ਜੀ ਨੇ ਇੱਕ ਵਾਰ ਨਾਲ ਹੀ ਮੱਸਾ ਰੰਗੜ ਦਾ ਸਿਰ ਵੱਢ ਦਿੱਤਾ। ਇਸ ਨਾਲ ਮੁਗਲਾਂ ਵਿੱਚ ਭਗਦੜ ਮੱਚ ਗਈ। ਮੁਗਲ ਸੈਨਾ ਨੇ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਕੇ 1740 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਸਮੇਂ ਸਿੱਖ ਇੰਨੀ ਵੱਡੀ ਗਿਣਤੀ ਵਿੱਚ ਸ਼ਹੀਦ ਕੀਤੇ ਜਾਂਦੇ ਸਨ ਕਿ ਮੁਗਲਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ। ਜਦੋਂ ਇਹ ਗੱਲ ਆਮ ਹੋ ਗਈ ਕਿ ਸਿੱਖ ਮੁੱਕ ਗਏ ਹਨ ਤਾਂ ਮਾਝੇ ਦੇ ਸਿੱਖ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਸਿੱਖਾਂ ਦੇ ਜਿਉਂਦੇ ਹੋਣ ਦਾ ਅਹਿਸਾਸ ਕਰਾਉਣ ਦੇ ਲਈ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਜਰਨੈਲੀ ਸੜਕ 'ਤੇ ਨਾਕਾ ਲਾਇਆ ਗਿਆ। ਉਹ ਹਰ ਇੱਕ ਆਉਣ ਜਾਣ ਵਾਲੇ ਤੋਂ ਟੈਕਸ ਦੀ ਵਸੂਲੀ ਕਰਦੇ ਸਨ ਅਤੇ ਇਹ ਆਖਦੇ ਸਨ ਕਿ ਇੱਥੇ ਸਿੱਖਾਂ ਦਾ ਰਾਜ ਚੱਲਦਾ ਹੈ। ਉਹਨਾਂ ਦੁਆਰਾ ਲਾਹੌਰ ਨੂੰ ਜਾਣਕਾਰੀ ਦੇਣ ਦੇ ਲਈ ਖੱਤ ਲਿਖ ਕੇ ਵੀ ਭੇਜਿਆ ਗਿਆ, ਜਿਸ ਵਿੱਚ ਲਿਖਿਆ ਸੀ ਕਿ ਚਿੱਠੀ ਲਿਖੇ ਇਉਂ ਸਿੰਘ ਬੋਤਾ, ਹੱਥ ਵਿੱਚ ਹੈ ਸੋਟਾ, ਰਾਹ ਵਿੱਚ ਖਲੋਤਾ, ਆਨਾ ਲਾਏ ਗੱਡੇ ਨੂੰ, ਪੈਸਾ ਲਾਏ ਖੋਤਾ, ਆਖੋ ਭਾਈ ਖਾਨੋ ਨੂੰ, ਇਉਂ ਆਖੇ ਸਿੰਘ ਬੋਤਾ। ਜਦੋਂ ਜ਼ਕਰੀਆ ਖਾਂ ਕੋਲ ਇਹ ਗੱਲ ਪਹੁੰਚੀ ਤਾਂ ਉਸਨੇ 100 ਘੋੜਸਵਾਰ ਸੈਨਿਕ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਨੂੰ ਫੜਨ ਦੇ ਲਈ ਭੇਜੇ। 1739 ਈਸਵੀ ਨੂੰ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਮੁਗਲਾਂ ਦੇ ਨਾਲ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਜ਼ਕਰੀਆ ਖਾਂ ਦੇ ਸਮੇਂ ਇੱਕ ਹੋਰ ਮਹੱਤਵਪੂਰਨ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਹੋਈ ਸੀ। ਭਾਈ ਤਾਰੂ ਸਿੰਘ ਜੀ ਪੂਲਾ ਪਿੰਡ ਦੇ ਰਹਿਣ ਵਾਲੇ ਸਨ। ਉਹ ਖੇਤੀਬਾੜੀ ਕਰਨ ਦਾ ਕੰਮ ਕਰਦੇ ਸਨ ਅਤੇ ਬਚਦਾ ਅਨਾਜ ਮੁਗਲਾਂ ਵਿਰੁੱਧ ਲੜ ਰਹੇ ਸਿੱਖਾਂ ਨੂੰ ਮਦਦ ਵਜੋਂ ਭੇਜ ਦਿੰਦੇ ਸਨ। ਮੁਗਲਾਂ ਦੀ ਨਜ਼ਰ ਵਿੱਚ ਇਹ ਬਹੁਤ ਵੱਡਾ ਅਪਰਾਧ ਸੀ। ਇਸ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਉਹਨਾਂ ਨੂੰ ਧਰਮ ਬਦਲਣ ਦੇ ਲਈ ਕਿਹਾ ਗਿਆ, ਪਰ ਉਹ ਆਪਣੇ ਧਰਮ 'ਤੇ ਅਡਿੱਗ ਰਹੇ। ਇਸ 'ਤੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਦੇ ਸਾਹਮਣੇ ਲਿਆਂਦਾ ਗਿਆ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬੇਸ਼ੱਕ ਸ਼ਹੀਦ ਕਰ ਦਿੱਤਾ ਜਾਵੇ, ਪਰ ਉਹਨਾਂ ਦੇ ਕੇਸ ਨਾ ਕੱਟੇ ਜਾਣ। ਤਾਂ ਜਲਾਦ ਦੁਆਰਾ ਰੰਬੀ ਨਾਲ ਉਹਨਾਂ ਦਾ ਖੋਪਰ ਉਤਾਰ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਖੋਪਰ ਉਤਾਰੇ ਜਾਣ ਤੋਂ ਬਾਅਦ ਵੀ 22 ਦਿਨ ਤੱਕ ਜਿਉਂਦੇ ਰਹੇ। ਇਸੇ ਸਮੇਂ ਹੀ ਜ਼ਕਰੀਆ ਖਾਂ ਦੇ ਪਿਸ਼ਾਬ ਦਾ ਬੰਨ੍ਹ ਪੈ ਗਿਆ। ਜ਼ਕਰੀਆ ਖਾਂ ਇਸ ਨਾਲ 22 ਦਿਨ ਤੱਕ ਤੜਫਦਾ ਰਿਹਾ ਅਤੇ ਅੰਤ ਉਸ ਦੀ ਮੌਤ ਹੋ ਗਈ। ਤਸੀਹੇ ਦਿੱਤੇ ਜਾਣ ਦੇ ਦਿਨ ਤੋਂ
22 ਦਿਨ ਮਗਰੋਂ 1 ਜੁਲਾਈ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਨੇ ਵੀ ਸਵਾਸ ਤਿਆਗ ਦਿੱਤੇ। ਤਾਂ ਅਸੀਂ ਦੇਖਦੇ ਹਾਂ ਕਿ 1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ 1745 ਈਸਵੀ ਤੱਕ ਦਾ ਸਮਾਂ ਸਿੱਖਾਂ ਲਈ ਬਹੁਤ ਔਖਾ ਸੀ। ਅਬਦੁਲ ਸਮਦ ਖਾਂ ਅਤੇ ਜ਼ਕਰੀਆ ਖਾਂ ਦੁਆਰਾ ਸਿੱਖਾਂ ਦਾ ਵੱਡੇ ਪੱਧਰ 'ਤੇ ਕਤਲੇਆਮ ਕੀਤਾ ਗਿਆ। ਸਿੱਖ ਇਤਿਹਾਸ ਦੀਆਂ ਕਈ ਮਹਾਨ ਸ਼ਹੀਦੀਆਂ ਇਸ ਸਮੇਂ ਦੌਰਾਨ ਹੋਈਆਂ, ਪਰ ਸਿੱਖਾਂ ਨੇ ਜਿਸ ਤਰ੍ਹਾਂ ਇਸ ਔਖੇ ਸਮੇਂ ਦਾ ਹੌਸਲੇ ਅਤੇ ਦਲੇਰੀ ਦੇ ਨਾਲ ਸਾਹਮਣਾ ਕੀਤਾ, ਉਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਵੀ ਹੋਰ ਨਹੀਂ ਮਿਲਦੀ ਹੈ। 1745 ਈਸਵੀ ਤੋਂ ਅੱਗੇ ਦੇ ਸਿੱਖ ਇਤਿਹਾਸ ਬਾਰੇ ਅਸੀਂ ਚਰਚਾ ਅਗਲੀ ਵੀਡੀਓ ਵਿੱਚ ਕਰਾਂਗੇ। ਧੰਨਵਾਦ।